ਆਮੀਨ ਕਹਿਣਾ ਗੁਨਾਹ ਹੈ? ਹਾਂਜੀ ਗੁਨਾਹ ਹੈ। ਦੱਸੋ ਕਿੱਥੇ ਲਿਖਿਆ? और आतम दसांगे तेरी मस्जिद नहीं हैगी ना इत्थे रौला पैना ठीक है तेरी वजह तो साडी मस्जिद दे नमाजी खराब हुंदे आ कितना फैलदा साडे पिछे नमाज़ां पढ़ी जांदे आ नाले ਤੁਸੀਂ ਮੁਸਲਮਾਨ ਹੋ, ਤੁਹਾਡੇ ਪਿੱਛੇ ਤਾਂ ਪੜ੍ਹਨੀ ਨਮਾਜ਼। ਤੇ ਫਿਰ ਤਨਕੀਦ ਨਹੀਂ ਲੱਗਦੀ ਆ ਸਾਡੀ ਕੀ ਜੁਰਤ ਆ? ਤੁਸੀਂ बयास ना कर तुम बस काम क्या ना मना कर तो काम नहीं करना बस गल खत्म है साडी लेकिन अगर अगों तो किसी ने नहीं कीता अपना जिम्मेदार खुद होएगा ਅਗਰ ਤੁਸੀਂ ਚੁੱਪ ਕਰੋ ਇਹ ਕਰ ਦਿੰਦੇ ਆਪੀ ਹੁਣ ਇਹਨਾਂ ਦੇ ਲੀਡਰ ਇਹ ਆਪੀ ਕਰਨਗੇ ਇਹਨਾਂ ਨੇ ਜਿਹੜਾ ਵੱਡਾ ਵੀ ਡਰ ਜਿਹੜੀ ਵੀਡੀਓ ਬਣਾਣੀ ਹੈ ਨਾ ਜਿਹੜੇ ਡੀਐਸਪੀ ਨੂੰ ਦੇਣੀ ਤਾਂ ਮੇਰੇ ਕੋਲ ਹੀ ਹੈਗਾ ਤੂੰ ਮੁੜਨਾ ਕਿ ਨਹੀਂ ਮੁੜਨਾ ਬਸ ਇਹ ਗੱਲ ਦੱਸ ਦੇ ਮੈਂ ਤਾਂ ਕੀ ਕਰਨ ਲਿਆ ਉਹ ਤੇ ਸਾਡੀ ਨਮਾਜ਼ ਖਰਾਬ ਕਰਦਾ ਕੁਛ ਹੋਰ ਨਮਾਜ਼ ਦੀ ਮੈਂ ਇਮਾਮ ਮੈਂ ਕਹਿੰਦੇ ਆ ਬਾਕੀਆਂ ਦੀ ਕਿਹੜੀ ਨਮਾਜ਼ ਖਰਾਬ ਇਹ ਹੋਣੀ? ਮਸਜਿਦ ਉਹ ਸਨਸਰ ਫਾਟਕ ਤੇ ਸਮੇਂ ਲੱਗੀ ਨਹੀਂ ਇਹ ਮੁਸਲਮਾਨ ਦੀ ਮਸਜਿਦ, ਉੱਥੇ ਜਾਏਗਾ ਸਮੇਂ ਲੱਗੀ ਇਹ ਤਾਂ ਮੁਸਲਮਾਨ ਦੀ ਮਸਜਿਦ। ਤੇਰੀ ਮਸਜਿਦ ਨਹੀਂ ਹੈਗੀ ਨਾ ਇੱਥੇ ਰੌਲਾ ਪੈਣਾ ਠੀਕ ਹੈ ਤੇਰੀ ਵਜ੍ਹਾ ਤੋਂ ਸਾਡੀ ਮਸਜਿਦ ਦੇ ਨਮਾਜ਼ੀ ਖਰਾਬ ਹੁੰਦੇ ਆ ਕਿਤਨਾ ਫੈਲਦਾ ਠੀਕ ਇੱਥੇ ਨਾ ਯਾਦੁੱਲਾ ਦੀ ਸਦਾ ਹੁੰਦੀ ਹੈ। ਅਸੀਂ ਅਹਿਲਾ ਦੀ ਸਾਰੀ ਮਸਜਿਦ 'ਚ ਜਾਈਏ ਤਾਂ ਅਸੀਂ ਕਲਮਾ ਸ਼ਰੀਫ ਉੱਚੀ ਪੜ੍ਹੀਏ ਤੇ ਕਲਮਾ ਪੜ੍ਹ ਕੇ ਬਾਹਰ ਕੱਢ ਦਈਏ। ਕਿੰਨੇ ਦਿਨ ਹੋ ਗਏ ਜੀ? ਮੈਂ ਤਾਂ ਨਹੀਂ ਫੇਰ ਅੱਲਾਹ ਦਾ ਸ਼ੁਕਰ ਹੈ ਨਾ ਭਾਬੀ ਨੇ ਅੱਗੇ ਦੱਸ। ਸਾਹਮਣੇ ਤਾਂ ਸਾਰੇ ਬਾਤ ਮੈਂ ਫਿਰਕਿਆਂ ਤੇ ਲਾਨਤ ਪੇ ਦੂੰ ਮਸਲਾ ਵੀ ਹੈ ਜੀ। ਤੁਸੀਂ ਰਫਾਈ ਦਾ ਕੰਮ ਕਿਹਨੇ ਕਰਦਾ ਫਿਰ ਜੇ एक बार बार मना कर रहा है कितना चलाना चाह रहा है ਦੇਖੋ ਨਾ ਤੁਸੀਂ ਵੀ मैं बयास ना कर दूं बस ये काम क्या ना मना कर तो ये काम नहीं करना बस गल खत्म है साडी ਨਮਾਜ਼ ਦੇਖੋ ਤੁਹਾਨੂੰ ਕੋਈ ਖਲਲ ਆਇਆ ਤੁਹਾਡੀ ਨਮਾਜ਼ 'ਚ? ਬਾਈ ਤੁਸੀਂ ਆਪ ਨਾਲ ਜਿਹੜੇ ਉਹ ਹੁੰਦੇ ਭਾਈ ਜਦੋਂ ਉਹਨਾਂ ਇਮਾਮ ਦੀ ਆਮ ਨਹੀਂ ਹੈ ਤਾਂ ਦੂਜਿਆਂ ਦੀ ਕਿਉਂ ਨਹੀਂ ਆਣੀ ਜਦੋਂ ਤੇਰੇ ਕੋਈ ਨਹੀਂ ਤੈਨੂੰ ਮਾਨ ਸਾਹਿਬ ਕਹਿੰਦੇ ਨਾ ਮੰਨ ਲੈ ਤਾਂ ਕਿਹੜੀ ਗੱਲ ਹੈ ਇੱਥੇ ਕਹਿਣਾ ਕੋਈ ਫਰਜ਼ ਨੂੰ ਜਿਹੜੀ ਆਮੀਨ ਕਹਿਣਾ ਤੇਰੀ ਆਮੀਨ ਤੋਂ ਬਗੈਰ ਅਸੀਂ ਤੇਰੀ ਨਮਾਜ਼ request ਆਮੀਨ ਕਹਿਣਾ ਗੁਨਾਹ ਹੈ? ਹਾਂਜੀ ਗੁਨਾਹ ਹੈ ਦੱਸੋ ਕਿੱਥੇ ਲਿਖਿਆ? और आतम दसांगे ਤੁਸੀਂ ਕਿਤਾਬ ਦਿਖਾਓ। ਜਿਹੜੇ ਆਮੀਨ ਕਹਿੰਦੇ ਨਾ ਯਾਰ ਗੱਲ ਸੁਣ ਤੂੰ ਵੀਡੀਓ ਵੇਖਣਾ ਤੈਨੂੰ ਯਾਰ ਕਹਿੰਦੇ ਅਮਰ ਦੇ ਖੈਬਰ ਆਫਿਸਰ ਜਾ ਸਾਰੇ ਸਾਰੇ ਦੇ ਨਾਲ ਨਾਲ ਤੇ ਤੇ ਕਹਿੰਦੇ ਨਾ ਭਾਈ ਇਮਾਮ ਦੀ ਗੱਲ ਮੰਨ ਇਹ ਮੰਨਦੇ ਹੀ ਨਹੀਂ ਜਾਂ ਉਹਨਾਂ ਪਿੱਛੇ ਨਮਾਜ਼ ਨਾ ਪੜ੍ਹ ਉਹਨਾਂ ਦੀ ਗੱਲ ਨਹੀਂ ਮੰਨਦੇ ਇਹ ਗੱਲ ਨਹੀਂ ਮੰਨਦਾ ਮੇਰੀ ਇੱਕ ਮਿੰਟ ਇਹ ਮੇਰਾ ਭਰਾ ਮੈਨੂੰ ਕਹਿੰਦਾ ਸੀ ਕਹਿੰਦਾ ਕਿ ਇਹ ਯਹੂਦੀਆਂ ਦਾ ਤਰੀਕਾ ਹੈ ਹਾਂ ਭਾਜੀ ਇਹ ਵੀ ਸੇਮ ਤਰੀਕਾ ਇਹਦਾ ਹੈ। ਹਾਂ ਭਾਜੀ ਇਹਨੂੰ ਬਾਰ-ਬਾਰ ਪਿਆਰ ਨਾਲ ਮਨਾ ਕੀਤਾ ਹਾਂ ਜੀ। ਆਸਿਫ ਭਾਈ ਨੇ ਸਾਡੇ ਇੱਥੇ ਸ਼ਬੀਰ ਭਾਈ ਇੱਕ ਮਿੰਟ ਆਸਿਫ ਭਾਈ ਸਾਡੀ ਮਸਜਿਦ ਦੀ ਕਮੇਟੀ ਨੇ ਉਹਨਾਂ ਨੇ ਜੁਮੇ ਤੇ ਐਲਾਨ ਕੀਤਾ ਸੀ ਕੋਈ ਬੰਦਾ ਇਹੋ ਜਿਹੇ ਕੰਮ ਨਾ ਕਰੇ ਨਮਾਜ਼ ਪੜ੍ਹੇ ਸਾਰੇ ਭਾਬੀ ਆਗ ਪਣ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅਗਰ ਅੱਗੋਂ ਤੋਂ ਕਿਸੇ ਨੇ ਨਹੀਂ ਕੀਤਾ ਆਪਣਾ ਜ਼ਿੰਮੇਦਾਰ ਖੁਦ ਹੋਏਗਾ ਜਿਹੜਾ ਮਰਜ਼ੀ ਪੜ੍ਹੇ ਕੋਈ ਹਾਂਜੀ, ਇਤਰਾਜ਼ ਸਾਨੂੰ ਨਹੀਂ, ਕੋਈ ਇਤਰਾਜ਼ ਨਹੀਂ। ਅੰਦਾਜ਼ ਜਿਹੜਾ ਹੈ ਬੜੀ ਜਾਂਦੇ ਹਾਂ ਬੜੀ ਗੱਲ ਬਿਲਕੁਲ ਹਾਂ ਸਾਨੂੰ ਭਾਜੀ ਇੱਕ ਇਤਰਾਜ਼ ਮਿੰਟ ਇੱਥੇ ਆਉਂਦੇ ਨੇ ਡੈਡੀ ਵਾਲੇ ਸਾਰਿਆਂ ਨਾਲ ਕੋਈ ਹੱਦ ਹੈ ਪੰਜ ਵਕਤ ਦੀ ਨਮਾਜ਼ ਇੱਥੇ ਪੜ੍ਹਦੇ ਅਸੀਂ ਕੁਛ ਕਿਹਾ ਸਕੂਲ ਨਾਲ ਆਉਂਦੇ ਆਪਣੀ ਨਮਾਜ਼ ਪੜ੍ਹਦੇ ਬੰਦੇ ਸੁਣ ਹਾਂ ਭਾਜੀ ਇੱਕ ਮਿੰਟ ਇਹ ਜਦੋਂ ਹੁੰਦਾ ਮਗਰ ਟਾਈਮ ਆਸਫ ਭਾਈ ਨੇ ਫੋਨ ਕੀਤਾ ਕਹਿੰਦਾ ਮੈਂ ਅੱਜ ਰਾਤ ਆ ਰਿਹਾ ਕੱਲ ਸਵੇਰੇ ਗੱਲ ਹੋਈ ਹੈ। ਮੁਸ਼ਕਿਲ ਹੋ ਗਈ ਕੱਲ ਖਤਮ ਹੋ ਗਈ। ਹਾਂ ਭਾਜੀ ਇੱਕ ਮਿੰਟ ਠੀਕ ਹੈ ਤੁਸੀਂ ਮਜਾ ਪਰ ਤੁਸੀਂ ਵੱਡੇ ਹੋ। ਹਾਂਜੀ ਤੁਸੀਂ ਦੱਸੋ। नबी पाक अलैहिस्सलाम ने फरमाया अल उलामाओ वरासतुल अंबिया उलामाए कराम अंबिया ਦੀ ਵਿਰਾਸਤ ਆ। ਤੁਸੀਂ ਇਹਨਾਂ ਦੇ ਪਿੱਛੇ ਨਮਾਜ਼ ਪੜ੍ਹੀ ਆ ਤਨਕੀਦ ਕਰਨ ਦੇ ਆਇਆ ਮੈਂ ਤਾਂ ਤੁਹਾਨੂੰ ਈਦ ਕੀਤੀ ਮੈਂ ਚੁੱਪ ਕਰਕੇ ਉੱਠ ਕੇ ਚਲਾ ਗਿਆ। ਜਦੋਂ ਤੁਹਾਨੂੰ ਜੋ ਮਨਾ ਕਰਨ ਦੇ ਵੀ ਉੱਚੀ ਸਦਾ ਨਾ ਲਾਓ ਤੁਸੀਂ ਆਪਣੇ ਇਮਾਮ ਦੀ ਨਹੀਂ ਤੁਸੀਂ ਗੱਲ ਮੰਨਣ ਦੇ ਤੁਸੀਂ ਸਾਡੀ ਕੀ ਮੰਨਦੇ ਤੁਸੀਂ ਸਾਡੀ ਨਹੀਂ ਮੰਨਣੀ ਤੁਸੀਂ ਆਪਣੇ ਇਮਾਮ ਦੀ ਨਹੀਂ ਮੰਨਣ ਦੀ ਨਾਲੇ ਉਹਨਾਂ ਦੇ ਪਿੱਛੇ ਨਿਯਤ ਕਰਨ ਦੇ ਸਾਡੇ ਪਿੱਛੇ ਨਮਾਜ਼ਾਂ ਪੜ੍ਹੀ ਜਾਂਦੇ ਆ ਨਾਲੇ ਤੁਸੀਂ ਮੁਸਲਮਾਨ ਹੋ, ਤੁਹਾਡੇ ਪਿੱਛੇ ਤਾਂ ਪੜ੍ਹਨੀ ਨਮਾਜ਼। ਤੇ ਫਿਰ ਤਨਕੀਦ ਨਹੀਂ ਮਿਲਦੀ ਆ ਸਾਡੀ ਕੀ ਜੁਰਤ ਆ? ਤੁਸੀਂ ਦਿਲ ਚ ਆਮੀਨ ਨਹੀਂ ਕਹਿੰਦੇ ਅਸੀਂ ਦਿਲ ਚ ਤੇ ਕਹਿੰਦੇ ਫੇਰ ਮੈਂ ਥੋੜੀ ਜਿਹੀ ਉੱਚੀ ਕਰ ਲਵਾਂ ਇਹ ਚ ਕੀ ਫਰਜ਼ ਹੈ? ਵਜ੍ਹਾ ਮੈਂ ਬੁਖਾਰੀ ਚ ਪੜਿਆ ਬਸ। ਬੁਖਾਰੀ ਤੁਮ ਬੁਖਾਰੀ ਦਾ ਨਾਮ ਹੁੰਦਾ ਹੈ? ਹਾਂਜੀ, ਕੀ ਅੱਲਾਹ ਨਾਮ ਦਾ ਬੁਖਾਰੀ ਦਾ ਸਹੀ। ਬੁਖਾਰੀ ਦਾ ਨਾਮ ਮੈਨੂੰ ਦੱਸ ਦੇ ਬੁਖਾਰੀ ਦਾ ਨਾਮ ਕੀ ਤੇ ਹੈ ਉਹਦੇ- ਸਿਰਫ ਨਾਂ ਅਜੇ ਦਾ ਤਰੀਕੇ ਗੱਲ ਕਰਨ ਮੈਂ ਕੰਮ ਸੱਚ ਹੈ ਤੂੰ ਬੁਖਾਰੀ ਦਾ ਮੈਨੂੰ ਨਾਂ ਦੱਸ ਦੇ ਬਸ ਕੀ ਦੱਸਾਂ? ਬੁਖਾਰੀ ਦਾ ਨਾਮ ਇੱਕ ਜਿਹੜਾ ਨਾਮ ਆਮੁਲ ਮਾਰੂਫ ਮਸ਼ਹੂਰ ਹੈ ਸਹੀਹੁਲ ਬੁਖਾਰੀ। ਦੱਸ ਦੇ ਬਸ ਤੈਨੂੰ ਬੁਖਾਰੀ ਦਾ ਨਾਮ ਨਹੀਂ ਆਉਂਦਾ ਹੁਣ ਐਂਦਾ ਨਹੀਂ ਕਰੇਗਾ ਤੂੰ ਇੱਕ ਬੰਦੇ ਬੁਖਾਰੀ ਪੜ੍ਹੀ ਬੁਖਾਰੀ ਦਾ ਨਾਮ ਨਹੀਂ ਆਉਂਦਾ ਤੇ ਬੁਖਾਰੀ ਪੜ੍ਹੀ को इस वीडियो की वसातत से मुबारकबाद पेश करता हूं। उसने मेरा स्टूडेंट होने का हक अदा किया है। अब भी वो डटा रहे और अगर कोई ज्यादा मसला हो हमें बताएं। पाकिस्तान में एटलीस्ट किसी को इंशाअल्लाह ताला दूसरी दफा जुर्रत नहीं होगी। आप सिर्फ अकेडमी में राब्ता करके उस मस्जिद का नाम बताएं। इंशाअल्लाह ताला जिस रियासती इदारे से कहेंगे ना उनका हेड वहां पे फोन करेगा। एक दिन में इनकी पेशी करवाएंगे इन इमाम मस्जिदों की जो लोगों को मस्जिदों में नमाज पढ़ने से रोक रहे हैं। इनकी जुर्रत है, नमाज पढ़ने से नहीं रोक सकते। पाकिस्तान के कानून में आप मस्जिद में हर वक्त में फिक्र का बंदा नमाज पढ़ सकता है। हाँ, दरसो तदरीस का मसला हो वो इनकी जागीरें बनी है वो अलग बात है। जो बच्चों को वर्गला रहे हैं तो ये सारे बच्चे हमारी एकेडमी में राब्ता करें।
032159000162 हमारी अकेडमी जेलम का नंबर है 032159000162। ये डिस्प्ले भी करवा दिया इन्होंने। राब्ता करें, जिसको कोई मसला है वो मुझे बताए। आप देखें इनके साथ हम करते क्या। किसी एजेंसी को इन्वॉल्व करना पड़ा, किसी रियासती इदारे को इन्वॉल्व करना पड़ा, लोग इनको ढूंढते फिरेंगे। अल्लाह के फजल से इस तरह के मामलों में बिल्कुल मैं टॉलरेट नहीं करूंगा। मेरी जात को कोई कुछ कहता है मैं बर्दाश्त करूंगा। हमारी दावत के बारे में प्रोपेगेंडा करता है, हम इल्मी मुकाबला करेंगे। लेकिन अगर कोई हमारे स्टूडेंट्स को अल्लाह की बनाई हुई मस्जिदों में नमाज नहीं पढ़ने देगा, तो कुरान में तो कहा उससे बड़ा जालिम कोई नहीं जो मस्जिदों की बर्बादी चाहता है। वो भूल जाए कि उसको कोई इस तरह का मामला मिलेगा। कोई हमारे किसी स्टूडेंट को थ्रेट करता है, अगर वो मर्द है ना, यानी वो मैं पंजाबी वाला कह रहा हूं, मैं उस जेंडर की तफरीक की वजह से नहीं कह रहा हूं, वो एक मुहावरत बात की जाती है मर्द की, तो अपना मोबाइल नंबर और अपना नाम हमें सिर्फ बताए, मैं देखता हूं कि फिर वो कैसे नमाज पढ़ाता है उस मस्जिद में। अब हम इस लेवल के ऊपर भी इन मामलात को लेके चलेंगे। मैं अभी तक बहुत टॉलरेट कर रहा था, लेकिन अब अल्लाह का शुक्र है कि हमारी दावत ने वो कद काट हासिल कर लिया है। उम्मत को नजर आ रहा है कि एक बंदे ने आके इस सदियों की अंपायर उखाड़ के रख दिया, और ये चीज ऊपर से लेके नीचे तक तमाम लोगों की नजर में है। सिर्फ मेरे एक फोन कॉल और इशारे के मुंतजिर हैं लोग कि बताएं करना क्या है किसी के साथ। तो हम वो रास्ता नहीं इख्तियार करना चाहते। तो ये जिसको मसला है हमें बताएं, हम प्रोसीजर बताएंगे। पहले आप लोकल थाने में एप्लीकेशन दें उस बंदे के नाम से कि मुझे नमाज पढ़ने से रोका है। फिर देखें जरा इनका सारा इश्क रसूल, इनका इश्क सहाबा, हम देखते हैं वो पड़ा होगा इश्क औलिया इनका। जब इनकी नौकरी यहाँ से फारिग होंगी ना और इनकी जमानतें कराते फिरेंगे और ढूंढते, पहले तो जमानत तक तो बात नहीं जानी, पहले तो ये सारे बनेंगे मिसिंग पर्सन। इस तरह के लोग जो है ना वो मिसिंग पर्सन बनते हैं। फिर बाद में चीखते हैं कि जी हमने किया क्या। तुम लोग ये हरकतें कर रहे हो ना, तो देखो फिर तुम लोगों के साथ होती क्या है।